ओम शांति। ਭਾਰਤ ਦੇਸ਼ 'ਚ ਬਹੁਤ ਸਾਰੇ ਤਿਉਹਾਰ ਤੇ ਬਹੁਤ ਸਾਰੇ ਉਤਸਵ। ਉਨ ਸਾਰੇ ਉਤਸਵਾਂ 'ਚ ਸਭ ਤੋਂ ਪਹਿਲਾਂ ਨਵੇਂ ਸਾਲ 'ਚ ਲੋਹੜੀ ਦਾ ਤਿਉਹਾਰ ਆਉਂਦਾ ਹੈ ਤੇ ਲੋਹੜੀ ਬਹੁਤ ਇੰਨੀ ਠੰਡ 'ਚ ਇੰਨੀ ਸਰਦੀ 'ਚ ਵੀ ਇੱਕ ਨਵੀਂ ਗਰਮੀ, ਇੱਕ ਗਰਮ ਜੋਸ਼ੀ ਪੈਦਾ ਕਰ ਦਿੰਦੀ ਹੈ ਕਿਉਂਕਿ ਇੰਨਾ ਖੁਸ਼ੀ ਭਰਾ ਤਿਉਹਾਰ ਹੁੰਦਾ ਹੈ ਤੇ ਲੋਹੜੀ ਸਾਰੇ ਬੜੇ ਖੁਸ਼ੀ ਨਾਲ ਮਨਾਉਂਦੇ ਨੇ। ਬੱਚੇ, ਬੂढ़े, ਜਵਾਨ, ਕਿੱਦਾਂ ਇੱਕ ਪਰਿਵਾਰ ਇਕੱਠਾ ਹੋ ਜਾਂਦਾ ਹੈ। ਸਾਰੇ ਅੜੋਸ-ਪੜੋਸ 'ਚ, ਆਂਢ-ਗੁਆਂਢ 'ਚ ਸਾਰੇ ਇੱਕ ਦੂਜਿਆਂ ਨੂੰ ਮੁਬਾਰਕਾਂ ਦਿੰਦੇ ਹਾਂ। ਕਿਸੇ ਦੀ ਪਹਿਲੀ ਲੋਹੜੀ ਹੋਵੇ, ਕੋਈ ਬੱਚੇ ਦੀ, ਕੋਈ ਵਿਆਹ ਦੀ ਜਾਂ ਕਿਸੇ ਵੀ ਚੀਜ਼ ਦੀ, ਆਪਾਂ ਕਹਿੰਦੇ ਆਪਣੀ ਪਹਿਲੀ ਲੋਹੜੀ ਹੈਗੀ ਹੈ। ਤਾਂ ਇਸ ਤਰ੍ਹਾਂ ਸਾਰੇ ਇੱਕ ਬਹੁਤ ਹੀ ਖੁਸ਼ੀ ਤੇ ਉਮੰਗ ਚਾਰੋਂ ਤਰਫ ਫੈਲਿਆ ਹੁੰਦਾ ਹੈ। ਹੁਣ ਥੋੜ੍ਹਾ ਜਿਹਾ ਇਹਦੀ ਅਧਿਆਤਮਿਕ ਰੂਪ ਰੇਖਾ ਵੇਖੀਏ, ਸਪਿਰਿਚੁਅਲਿਟੀ 'ਚ ਜੇ ਆਪਾਂ ਵੇਖਣ ਲੱਗੇ ਤਾਂ ਲੋਹੜੀ ਵਿੱਚ ਆਪਾਂ ਇਹਨੂੰ ਦੋ ਸ਼ਬਦ ਲੋ ਹਰੀ ਅਰਥਾਤ ਹੇ ਪਰਮਾਤਮਾ, ਇਹ ਮੇਰੀ ਕਮੀਆਂ ਕਮਜ਼ੋਰੀਆਂ ਤੁਸੀਂ ਲੈ ਲਓ, ਲੋ ਹਰੀ। ਹੁਣ ਅੱਜ ਤੋਂ ਜਦੋਂ ਲੋਹੜੀ ਮਨਾਈਏ ਤਾਂ ਨਾਲ ਬੜੇ ਪਿਆਰ ਨਾਲ ਪਰਮਾਤਮਾ ਨੂੰ ਆਪਣੀ ਛੋਟੀ ਕਮੀ ਕਮਜ਼ੋਰੀਆਂ ਵੀ, ਕਿਉਂਕਿ ਜਦੋਂ ਆਪਾਂ ਅੱਗ ਬਾਲਦੇ ਹਾਂ ਤੇ ਅੱਗ 'ਚ ਆਪਾਂ ਕੁਛ ਤਿਲ, ਮੂੰਗਫਲੀ ਤੇ ਪੌਪਕੌਰਨ ਕੁਛ ਪਾਉਂਦੇ ਹਾਂ ਤੇ ਸਵਾਹਾ ਕਰ ਦਿੰਦੇ ਹਾਂ। ਇਹ ਸਾਡੀ ਛੋਟੀ-ਮੋਟੀ, ਵੱਡੀ ਹੋ ਜਾਂ ਛੋਟੀ ਬੁਰਾਈਆਂ ਨੂੰ ਸਵਾਹਾ ਕਰਨ ਦਾ ਇੱਕ ਸਿੰਬਲ ਹੈਗਾ। ਜਿੱਦਾਂ ਤਿਲ ਦੀ ਬਹੁਤ ਸਾਰੀ ਚੀਜ਼ਾਂ ਵੀ ਬਣਦੀਆਂ ਹੈ, ਮਿਠਾਈਆਂ ਵੀ ਬਣਦੀਆਂ ਹੈ ਤੇ ਹੁਣ ਤਿਲ ਜਦੋਂ ਸਵਾਹਾ ਕਰਨਾ ਅਰਥਾਤ ਜੇ ਆਪਾਂ ਛੋਟੀ ਜਿਹੀ ਵੀ ਬੁਰਾਈ ਹੈਗੀ ਹੈ, ਆਪਾਂ ਬੋਲਦੇ ਕਦੇ ਧਿਆਨ ਨਹੀਂ ਰੱਖਿਆ, ਆਪਾਂ ਕਹਿੰਦੇ ਏਦਾਂ ਹੀ ਬੋਲਤਾ ਸੀ ਮੈਂ ਤਾਂ, ਪਰ ਆਪਣੀ ਛੋਟੀ ਜਿਹੀ ਬੁਰਾਈ ਕਈ ਵਾਰ ਬੜੇ ਨੁਕਸਾਨ ਕਰ ਦਿੰਦੀ ਹੈ। ਤਾਂ ਆਪਾਂ ਛੋਟੀ ਤੋਂ ਛੋਟੀ ਚੀਜ਼ਾਂ ਤੇ ਅਟੈਂਸ਼ਨ ਰੱਖਾਂਗੇ, ਅਰਥਾਤ ਆਪਣੀ ਛੋਟੀ ਕਮੀਆਂ ਨੂੰ ਸਵਾਹਾ ਕਰਾਂਗੇ। ਦੂਜੀ ਗੱਲ ਹੈਗੀ ਹੈ, ਮੱਕੀ ਦੇ ਦਾਣੇ ਹੁੰਦੇ ਨੇ ਜਿੰਦਾ ਪੌਪਕੌਰਨ ਬਣਦਾ ਹੈ। ਹੁਣ ਮੱਕੀ ਦਾ ਦਾਣਾ ਵੀ ਜਦੋਂ ਸੇਕ ਦੇ ਸੰਪਰਕ ਨਾਲ ਆਉਂਦਾ ਹੈ ਨਾ, ਥੋੜਾ ਗਰਮ ਹੁੰਦਾ ਹੈ ਤਾਂ ਧੀਰੇ ਫਟ ਕੇ ਉਹ ਪੌਪਕੌਰਨ ਬਣ ਜਾਂਦਾ ਹੈ। ਉਹ ਪੌਪਕੌਰਨ ਕਿੰਨਾ ਖਿੜਿਆ ਹੋਇਆ ਤੇ ਬੜਾ ਹਲਕਾ ਤੇ ਵਾਈਟ ਹੋ ਜਾਂਦਾ ਹੈ। ਹੁਣ ਵੇਖੋ, ਪਰਮਾਤਮਾ ਵੀ ਸਾਡੀ ਲਾਈਫ ਨੂੰ ਇੰਨਾ ਹੀ ਹਲਕਾ, ਇੰਨਾ ਹੀ ਫਰਿਸ਼ਤਾ ਵਾਂਗੂ ਬਣਾਉਣਾ ਚਾਹੁੰਦਾ ਹੈ। ਤਾਂ ਪੌਪਕੌਰਨ ਸਿੰਬਲ ਹੈਗਾ ਹੈ ਕਿ ਜਦੋਂ ਹਾਰਡਨੈਸ ਟੁੱਟ ਜਾਂਦੀ ਹੈ, ਅੰਦਰ ਦੀ ਜਿੱਦ ਦੀ ਨੇਚਰ, ਸਿੱਧ ਕਰਨ ਦੀ ਨੇਚਰ, ਤਾਂ ਇਹ ਜਦੋਂ ਪਰਮਾਤਮਾ ਦੀ ਯਾਦ ਦੀ ਲਗਨ ਦੀ ਅਗਨ ਸਾਡੇ ਅੰਦਰ ਪੈਦਾ ਹੁੰਦੀ ਹੈ ਤਾਂ ਆਪਣੇ ਅੰਦਰ ਦੀ ਜਿੱਦ ਦੀ ਨੇਚਰ, ਰਿਜਿਡਨੈਸ ਕੋਈ ਵੀ ਤਰ੍ਹਾਂ ਦੀ ਹੋਵੇ, ਉਹ ਰਿਜਿਡਨੈਸ ਖਤਮ ਹੋਣ ਲੱਗਦੀ ਹੈ ਤੇ ਆਪਣੀ ਲਾਈਫ 'ਚ ਇੱਕ ਨਇਆ ਚੇਂਜ ਸ਼ੁਰੂ ਹੁੰਦਾ ਹੈ। ਤਾਂ ਅਸੀਂ ਚਾਹੁੰਦੇ ਹਾਂ ਕਿ ਆਪਣੀ ਲਾਈਫ 'ਚ ਇੱਕ ਟਾਰਗੇਟ ਹੋਵੇ ਕਿ ਇੱਦਾਂ ਫਰਿਸ਼ਤਾ ਬਣਨਾ ਹੈ। ਤਾਂ ਫਰਿਸ਼ਤਾ ਬਣਨਾ ਅਰਥਾਤ ਐਵਰੀਥਿੰਗ ਲਾਈਟ, ਡਬਲ ਲਾਈਟ, ਸਦਾ ਖੁਸ਼ ਰਹਿਣਾ ਹੈ, ਹਲਕਾ ਰਹਿਣਾ ਹੈ, ਹਰ ਸਥਿਤੀ ਪਰਿਸਥਿਤੀ 'ਚ ਹਲਕਾ ਰਹਿਣਾ। ਤਾਂ ਇਹ ਪੌਪਕੌਰਨ ਦਾ ਸਿੰਬਲ। ਤੀਜੀ ਗੱਲ ਹੁੰਦੀ ਮੂੰਗਫਲੀ ਬੜੇ ਪਿਆਰ ਨਾਲ ਸਾਰੇ ਖਾਂਦੇ ਆ ਤਾਂ ਆਪਾਂ ਉਹਦਾ ਛਿਲਕਾ ਉਤਾਰ ਕੇ ਉਹਦੇ ਅੰਦਰ ਇੱਕ ਦਾਣਾ ਤੇ ਦਾਣੇ ਦਾ ਵੀ ਛਿਲਕਾ ਉਤਾਰ ਲੈਂਦੇ ਆ, ਲਾਲ ਛਿਲਕਾ, ਤਾਂ ਉਹਦੇ ਅੰਦਰ ਇੱਕ ਬਿਲਕੁਲ ਸਫੇਦ ਚਮਕੀਲੀ ਜਿਹੀ ਮੂੰਗਫਲੀ ਹੁੰਦੀ ਹੈ। ਆਪਾਂ ਉਹਨੂੰ ਖਾਂਦੇ ਆ ਤੇ ਬਾਕੀ ਸਭ ਕੁ ਸੁੱਟ ਦਿੰਦੇ ਆ। ਤਾਂ ਛਿਲਕਾ ਉਤਾਰਨਾ ਇਟ ਮੀਨਸ ਪਰਮਾਤਮਾ ਸਭ ਤੋਂ ਪਹਿਲਾਂ ਸਾਨੂੰ ਪਹਿਲਾਂ ਚੈਪਟਰ ਇਸ ਸੰਸਾਰ 'ਚ ਆਏ ਹਾਂ ਤਾਂ ਪਹਿਲਾ ਪਾਠ ਹੈਗਾ ਕਿ ਅਸੀਂ ਇੱਕ ਚਮਕੀਲੀ ਜੀ ਆਤਮਾ ਹਾਂ, ਪਰ ਆਪਾਂ ਇਸ ਸੰਸਾਰ 'ਚ ਆ ਕੇ ਕਰਮ ਕਰਦੇ ਆਪਣੇ ਆਪ ਨੂੰ ਇਹ ਸਰੀਰ, ਇਹ ਰੋਲ ਸਮਝ ਬੈਠੇ ਕਿ ਮੈਂ ਪਿਤਾ ਹਾਂ, ਮੈਂ ਮਾਂ ਹਾਂ, ਮੈਂ ਇਹ ਹਾਂ, ਮੈਂ ਉਹ ਹਾਂ, ਤੇ ਆਪਾਂ ਬਹੁਤ ਸਾਰੀ ਸੱਚ ਐਂਡ ਸੱਚ, ਸੋ ਐਂਡ ਸੋ, ਬਹੁਤ ਸਾਰੇ ਟਾਈਟਲ ਆਪਣੇ ਨਾਂ ਦੇ ਨਾਲ ਲਾ ਲੈਂਦੇ ਹਾਂ, ਪਰ ਇਹ ਸਿਰਫ ਬਾਹਰੀ ਕਵਰ ਹੈਗੇ ਨੇ।
ਜਦੋਂ ਵਿਅਕਤੀ ਮਰਦਾ ਹੈ ਤਾਂ ਵੀ ਬਸ ਬਾਹਰ ਦੀ ਨੇਮ ਪਲੇਟ ਚੇਂਜ ਹੋ ਜਾਂਦੀ ਹੈ। ਜਿਹੜਾ ਮਕਾਨ ਹੈ, ਮਕਾਨ ਦੇ ਬਾਹਰ ਜਿਹੜੀ ਨੇਮ ਪਲੇਟ ਲਾਈ ਹੈ ਚੇਂਜ ਹੋ ਜਾਏਗੀ। ਤੁਹਾਡੇ ਬਾਅਦ ਤੁਹਾਡੇ ਪੁੱਤਰ ਦੀ ਨੇਮ ਪਲੇਟ ਲੱਗ ਜਾਏਗੀ। ਤਾਂ ਇਹ ਸਿਰਫ ਕਵਰ ਹੈਗਾ। ਇਹ ਸਰੀਰ ਤੋਂ ਭਿੰਨ ਇੱਕ ਅਲੱਗ ਵੱਖਰੀ ਮੈਂ ਆਤਮਾ ਹਾਂ। ਬਸ ਮੈਂ ਇਹ ਗੱਲ ਬਹੁਤ ਚੰਗੀ ਤਰ੍ਹਾਂ ਯਾਦ ਰੱਖਣੀ ਹੈ। ਆਤਮਾ ਅਤੀ ਚਮਕੀਲੀ, ਅਤੀ ਸੋਹਣੀ ਹੈਗੀ ਹੈ। ਤਾਂ ਇਹ ਛਿਲਕਾ ਵੀ ਉਤਾਰ ਦੇਣਾ ਹੁਣ। ਮੈਂ ਸਿਰਫ ਇਸ ਕਵਰ ਨਾਲ ਅਟੈਚ ਨਹੀਂ ਹੈ, ਡਿਟੈਚ। ਤਾਂ ਜਦੋਂ ਸਪਿਰਿਚੁਅਲਿਟੀ 'ਚ ਮੈਡੀਟੇਸ਼ਨ ਦੀ ਪ੍ਰੈਕਟਿਸ ਕਰਨ ਲੱਗਦੇ ਹਾਂ ਤਾਂ ਆਪਾਂ ਸਭ ਤੋਂ ਪਹਿਲਾਂ ਇਸ ਸਰੀਰ ਤੋਂ ਡਿਟੈਚ ਹੋ ਕੇ ਆਪਣੇ ਆਪ ਨੂੰ ਆਤਮਾ ਸਮਝਣ ਦਾ ਇੱਕ ਛੋਟਾ ਜਿਹਾ ਪ੍ਰਯਾਸ ਸ਼ੁਰੂ ਕਰ ਦਿੰਦੇ ਹਾਂ। ਤਾਂ ਆਤਮਾ ਆਪਣੇ ਆਪ ਚਮਕਣ ਲੱਗ ਜਾਏਗੀ। ਉਹਦੇ ਅੰਦਰ ਇੱਕ ਨਈ ਚਮਕ ਪੈਦਾ ਹੋ ਜਾਂਦੀ ਹੈ। ਚੌਥੀ ਗੱਲ, ਜਦੋਂ ਅੱਗ ਬਾਲ ਕੇ ਸਾਰੇ ਜਣੇ ਉਹਦੇ ਆਲੇ ਦੁਆਲੇ ਖੜੇ ਹੁੰਦੇ ਨੇ, ਸੇਕ ਲੈਂਦੇ ਨੇ ਤੇ ਫਿਰ ਗੀਤ ਗਾਉਂਦੇ ਹਾਂ, ਨੱਚਦੇ ਹਾਂ, ਗਾਉਂਦੇ ਹਾਂ। ਤਾਂ ਨੱਚਣਾ ਤੇ ਗਾਣਾ ਸਿਰਫ ਇੱਕ ਦਿਨ ਵਾਸਤੇ ਨਹੀਂ, ਸਾਰੀ ਜ਼ਿੰਦਗੀ ਦਾ ਸਾਡਾ ਇੱਕ ਨਿਯਮ ਹੋਣਾ ਚਾਹੀਦਾ ਹੈ। ਖੁਸ਼ੀ ਹੋਣੀ ਚਾਹੀਦੀ ਕਿ ਸਾਡੀ ਇੱਕ ਦਿਨ ਦੀ ਲੋੜ ਹੀ ਨਹੀਂ, ਆਪਾਂ ਤਾਂ ਹਰ ਰੋਜ਼ ਲੋਹਰੀ ਅਰਥਾਤ ਪਰਮਾਤਮਾ ਨੂੰ ਆਪਣੀ ਛੋਟੀ ਛੋਟੀ ਬੁਰਾਈਆਂ ਅਰਪਿਤ ਕਰਦੇ ਕਰਦੇ ਛੋਟੀ ਛੋਟੀ ਗੱਲਾਂ ਦਾ ਚੇਂਜ, ਛੋਟੇ ਛੋਟੇ ਟਰਾਂਸਫੋਰਮੇਸ਼ਨ ਸਾਡੀ ਲਾਈਫ 'ਚ ਇੱਕ ਬਹੁਤ ਬੜਾ ਚੇਂਜ ਲੈ ਆਏਗੀ। ਤੇ ਵੱਡਾ ਚੇਂਜ ਲਿਆਉਣਾ ਹੈ ਤਾਂ ਛੋਟੇ ਛੋਟੇ ਚੇਂਜ ਤਾਂ ਕਰਨੇ ਹੀ ਪੈਣੇ ਹੈ। ਤਾਂ ਹੁਣ ਜਿਹੜੀ ਮਠਿਆਈਆਂ ਬਣਦੀਆਂ, ਮੂੰਗਫਲੀ ਦੀ, ਤਿਲ ਦੀ ਤੇ ਰੇਵੜੀਆਂ, ਗੱਜਕਾਂ, ਤਿਲ ਪੱਟੀ, ਇੱਦਾਂ ਦੀ ਬਹੁਤ ਸਾਰੀ ਮਠਿਆਈਆਂ ਬਣਦੀਆਂ। ਤੇ ਬਣਦੀ ਕਿੱਦਾਂ ਹੈ? ਇਹ ਬਣਦੀ ਹੈ ਗੁੜ ਨਾਲ ਜਾਂ ਚੀਨੀ ਨਾਲ। ਤਿਲ ਕਿੰਨਾ ਤਿਲਕਣਾ ਜਿਹਾ ਹੁੰਦਾ ਹੈ, ਪਰ ਉਸ ਤਿਲ 'ਚ ਉੱਦਾਂ ਆਪਾਂ ਫੜੀਏ ਤਾਂ ਸ਼ਾਇਦ ਮੁੱਠੀ 'ਚ ਵੀ ਪੂਰੇ ਨਹੀਂ ਆਉਂਦੇ, ਤਿਲਕ ਜਾਂਦੇ। ਬਟ ਉਹ ਤਿਲ ਖਾਲੀ ਖਾਓਗੇ ਸ਼ਾਇਦ ਕੋੜੇ ਵੀ ਲੱਗਣਗੇ, ਬਟ ਉਹ ਤਿਲ 'ਚ ਜਦ ਗੁੜ ਮਿਕਸ ਹੋ ਜਾਂਦਾ ਹੈ ਤਾਂ ਉਹ ਕਿੰਨੀ ਸੋਹਣੀ ਮਿਠਾਈ ਬਣਦੀ ਹੈ। ਉਹ ਕਿੰਨੇ ਫਾਇਦੇਮੰਦ ਹੋ ਜਾਂਦੀ ਹੈ ਪੂਰੀ ਸਰਦੀ ਵਾਸਤੇ। ਪਰ ਜੁੜਿਆ ਕਿੱਦਾਂ? ਚੀਨੀ ਜਾਂ ਗੁੜ ਨਾਲ। ਅਰਥਾਤ ਮਿਠਾਸ ਆਪਣੇ ਜੀਵਨ ਨੂੰ ਜੋੜਦੀ ਹੈ, ਸੰਬੰਧਾਂ ਨੂੰ ਜੋੜਦੀ ਹੈ। ਰਿਲੇਸ਼ਨ ਮੈਨੇਜਮੈਂਟ ਦਾ ਸਭ ਤੋਂ ਵਧੀਆ ਫੰਡਾ ਹੈਗਾ ਮਿਠਾਸ। ਜੇ ਬਾਣੀ 'ਚ ਬੋਲ ਬਾਣੀ ਜੇ ਥੋੜੀ ਮਿੱਠੀ ਹੋ ਜਾਏਗੀ ਤਾਂ ਸੋਚੋ ਸਾਰਾ ਪਰਿਵਾਰ ਇਕੱਠਾ ਹੋ ਜਾਏਗਾ। ਕੋਈ ਇੱਕ ਦਿਨ ਵਾਸਤੇ ਫਾਰਮੈਲਿਟੀ ਨਹੀਂ ਹੈਗੀ ਹੈ ਕਿ ਆਪਾਂ ਅੱਗ ਬਾਲਾਂਗੇ ਤਾਂ ਪਰਿਵਾਰ ਇਕੱਠਾ ਹੋਏਗਾ, ਲੋਕਾਂ ਨੂੰ ਬੁਲਾਵਾਂਗੇ, ਨਹੀਂ। ਇਹ ਸਾਰੀ ਜ਼ਿੰਦਗੀ ਦਾ ਫੰਡਾ ਹੈ। ਜੇ ਸਾਰੇ ਪਰਿਵਾਰ ਇਕੱਠਾ ਹੋ ਕੇ ਰਹਿਣਾ ਚਾਹੁੰਦਾ ਹੈ ਤਾਂ ਬੋਲ ਬਾਣੀ 'ਚ ਮਿਠਾਸ ਵੀ ਹੋਣੀ ਚਾਹੀਦੀ ਹੈ। ਔਰ ਤੇ ਬੋਲ ਬਾਣੀ ਦੀ ਮਿਠਾਸ ਸਾਡੇ ਲਾਈਫ ਦਾ ਇੱਕ ਬਹੁਤ ਬੜਾ ਚੇਂਜ ਹੈ। ਕਿਉਂਕਿ ਲੋਕਾਂ ਨੂੰ ਵੇਖ ਕੇ ਤਾਂ ਥੋੜੀ ਥੋੜੀ ਬੋਲੀ ਖਰਾਬ ਹੋਈ ਸੀ। ਆਪਾਂ ਕਹਿ ਦਿੰਦੇ ਸੀ ਇਹਨੇ ਕਿਹਾ ਸੀ, ਇਹਨੇ ਗੱਲ ਚਾਲੂ ਕੀਤੀ ਸੀ ਤਾਂ ਇਸ ਕਾਰਨ ਇਹ ਹੋ ਗਿਆ, ਜਾਂ ਮੈਂ ਉਹਦਾ ਰਿਐਕਟ ਕਰਤਾ, ਜਾਂ ਮੈਂ ਏਦਾਂ ਬੋਲਿਆ। ਲੋਕਾਂ ਦਾ ਅਸਰ ਆਪਣੇ ਉੱਤੇ ਨਹੀਂ ਲੈਣਾ। ਲੋਕੀ ਕੀ ਕਹਿੰਦੇ ਨੇ, ਕੀ ਰਿਜ਼ਲਟ ਦਿੰਦੇ ਨੇ, ਕਿੱਦਾਂ ਰਿਐਕਟ ਕਰਦੇ ਨੇ, ਨਹੀਂ। ਆਪਣੀ ਬਾਣੀ ਦੀ ਮਿਠਾਸ ਕਿਸੇ ਹੋਰ ਨੂੰ ਵੇਖ ਕੇ ਖਤਮ ਨਹੀਂ ਕਰਨੀ। ਤਾਂ ਮਿਠਾਸ ਬਣੀ ਰਹੇ, ਹਲਕਾਪਨ ਬਣਿਆ ਰਹੇ ਔਰ ਆਪਣੇ ਜੀਵਨ ਦਾ ਪ੍ਰਥਮ ਚੈਪਟਰ ਯਾਦ ਰਹੇ, ਮੈਂ ਕੌਣ ਹਾਂ, ਮੈਂ ਆਤਮਾ। ਆਪਣੇ ਜੀਵਨ 'ਚ ਜਿਹੜਾ ਜਿਹੜਾ ਪਾਰਟ ਮਿਲਿਆ, ਛੋਟਾ ਜਾਂ ਵੱਡਾ, ਮੈਂ ਜਦੋਂ ਪੈਦਾ ਹੋਈ ਤਾਂ ਆਪਾਂ ਕਹਿੰਦੇ ਹਾਂ ਮੈਂ ਕੁੜੀ ਹਾਂ, ਤਾਂ ਕੁੜੀ ਦੇ ਨਾਲ ਫਿਰ ਮੇਰੇ ਰੋਲ ਚਾਲੂ ਹੋਏ ਕਿ ਮੈਂ ਬਹਿਨ ਹਾਂ, ਬੇਟੀ ਹਾਂ, ਮਾਂ ਹਾਂ। ਇਹ ਸਾਡੇ ਰੋਲ ਹੈਗੇ ਹੈ। ਬਟ ਅਸਲ 'ਚ ਤਾਂ ਅਸੀਂ ਆਤਮਾ ਹਾਂ। ਅਸੀਂ ਨਾ ਭੈਣ ਹੈਗੀ ਹਾਂ, ਨਾ ਅਸੀਂ ਮਾਂ ਹੈਗੀ ਹਾਂ, ਨਾ ਅਸੀਂ ਟੀਚਰ ਹੈਗੀ ਹਾਂ, ਬਟ ਮੈਂ ਆਤਮਾ। ਇਹ ਰੋਲ ਕਰਦੀ ਪਈ ਹਾਂ। ਮੈਨੂੰ ਭਿੰਨ ਭਿੰਨ ਰੋਲ ਮਿਲੇ, ਵੱਖਰੇ ਵੱਖਰੇ ਸਾਰੇ ਰੋਲ ਕਰਦੇ ਹੋਏ ਆਪਣੇ ਆਪ ਨੂੰ ਵੇਖੋ, ਮੈਂ ਸਾਰੇ ਰੋਲ ਚੰਗੀ ਤਰ੍ਹਾਂ ਅਦਾ ਕਰ ਰਹੀ ਹਾਂ। ਮੇਰੇ ਸਾਰੇ ਰੋਲ ਵਧੀਆ ਨੇ, ਜਾਂ ਕੋਈ ਇੱਕ ਰੋਲ ਦੋ ਰੋਲ ਤਾਂ ਚੰਗੇ ਕਰ ਦਿੰਦੇ ਹਾਂ, ਪਰ ਕਿਸੇ ਰੋਲ 'ਚ ਪਰੇਸ਼ਾਨ ਹੋ ਗਏ, ਕਿਸੇ ਰੋਲ 'ਚ ਦੁਖੀ ਹੋ ਗਏ, ਨਹੀਂ। ਸਾਰੇ ਰੋਲ ਬਹੁਤ ਚੰਗੀ ਤਰ੍ਹਾਂ ਆਪਾਂ ਪਲੇ ਕਰ ਸਕਦੇ ਹਾਂ
ਜਦੋਂ ਇਹ ਯਾਦ ਰਹੇਗਾ ਮੈਂ ਜਸਟ ਐਕਟਰ ਹਾਂ, ਆਈ ਐਮ ਨੋਟ ਡਾਇਰੈਕਟਰ, ਆਈ ਐਮ ਨੋਟ ਸਕ੍ਰਿਪਟ ਰਾਈਟਰ, ਤਾਂ ਉਹ ਚਮਕੀਲੀ ਜੀ ਆਤਮਾ ਦੀ ਸਮ੍ਰਿਤੀ ਬਣੀ ਰਹੇ ਤਾਂ ਖੁਸ਼ਹਾਲੀ ਸਦਾ ਬਣੀ ਰਹੇਗੀ। ਇਸ ਤਰ੍ਹਾਂ ਆਪਣਾ ਲੋਹੜੀ ਦਾ ਤਿਉਹਾਰ ਮਨਾਵਾਂਗੇ। ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ, ਲੋਹੜੀ ਦੀ ਮੁਬਾਰਕਾਂ। ਓਮ ਸ਼ਾਂਤੀ।